TBN देखण वाले समुचे दर्शकों ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦ ਬੈਨੀਪਾਲ ਸ਼ੋ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ ਕੁਝ ਖਬਰਾਂ ਅੱਜ ਤੁਹਾਡੇ ਨਾਲ ਇੱਕ ਵਾਰ ਫਿਰ ਤੋਂ ਵਿਚਾਰੀਏ। ਪਹਿਲਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂ ਕਿ ਖਬਰਾਂ ਕਿਹੜੀਆਂ ਹੋਣਗੀਆਂ ਜਿਨ੍ਹਾਂ ਦੇ ਉੱਤੇ ਅੱਜ ਮੈਂ ਵਿਚਾਰ ਚਰਚਾ ਕਰਨੀ ਹੈ। ਵਿਸ਼ਵ ਯੁੱਧ ਵਿੱਚ ਲੜੇ ਭਾਰਤੀਆਂ ਦੇ ਸਨਮਾਨ ਵਿੱਚ ਬਣ ਰਹੀ ਯਾਦਗਾਰ ਵਿੱਚ ਇੱਕ ਲੱਗੇਗਾ ਸਿੱਖ ਪਾਇਲਟ ਦਾ ਬੁੱਤ। ਬਰਤਾਨਵੀ ਸੰਸਦ ਵਿੱਚ ਹੋਵੇਗੀ ਅੱਜ ਭਾਰਤੀ ਕਾਨੂੰਨਾਂ ਤੇ ਬਹਿਸ। ਖੇਤੀ ਕਾਨੂੰਨਾਂ ਨੂੰ ਲੈ ਕੇ ਅੱਧ ਅਸਮਾਨੇ ਜਹਾਜ਼ ਵਿੱਚ ਹੋਈ ਲੜਾਈ, ਐਮਰਜੈਂਸੀ ਕਰਨੀ ਪਈ ਲੈਂਡਿੰਗ। ਪੱਛਮੀ ਬੰਗਾਲ ਵਿੱਚ ਚੋਣਾਂ ਤੋਂ ਪਹਿਲਾਂ ਉਥਲ-ਪੁਥਲ। ਸਿਆਸੀ ਪਾਰਟੀਆਂ ਤੇ ਆਗੂਆਂ ਨੂੰ ਕਿਸਾਨ ਆਗੂ ਰਾਜੇਵਾਲ ਨੇ ਦਿੱਤੀ ਚੇਤਾਵਨੀ। ਕੇਂਦਰ ਦਾ ਕਿਸਾਨਾਂ ਨੂੰ ਸਿੱਧੀ ਅਦਾਇਗੀ ਵਾਲਾ ਪ੍ਰਸਤਾਵ ਹੋਰ ਖਤਰਨਾਕ, ਕੈਪਟਨ ਦਾ ਕਹਿਣਾ। ਅਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਵਾਲੇ ਦਿਨ ਮਾਤਾ ਮਹਿੰਦਰ ਕੌਰ ਨੂੰ ਕੀਤਾ ਗਿਆ ਸਨਮਾਨਿਤ ਤੇ ਕੁਝ ਖਬਰਾਂ ਹੋਰ ਵੀ ਨੇ ਜਿਨ੍ਹਾਂ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਜਾਏਗਾ। ਇਸ ਤੋਂ ਪਹਿਲਾਂ ਕਿ ਇਹਨਾਂ ਸਾਰੀਆਂ ਖਬਰਾਂ ਨੂੰ ਵਿਸਥਾਰ ਨਾਲ ਵਿਚਾਰਿਆ ਜਾਵੇ, ਤੁਹਾਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤਾਂ ਕਿ ਸਮੇਂ ਸਿਰ ਜਦੋਂ ਕੋਈ ਨਵਾਂ ਵੀਡੀਓ ਅਪਲੋਡ ਕੀਤਾ ਜਾਂਦਾ ਉਸ ਦੀ ਜਾਣਕਾਰੀ ਮਿਲੇ, ਜਾਂ ਫਿਰ ਜਦੋਂ ਅਸੀਂ ਰੋਜ਼ਾਨਾ ਲਾਈਵ ਪ੍ਰੋਗਰਾਮ ਪੇਸ਼ ਕਰਦੇ ਹਾਂ ਉਸ ਦੇ ਵਿੱਚ ਤੁਸੀਂ ਸ਼ਾਮਲ ਹੋ ਸਕੋ। ਤੇ ਆਓ ਹੁਣ ਖਬਰਾਂ ਦੀ ਇਕੱਲੀ ਦੀ ਸਾਰ ਲਈਏ। ਸਭ ਤੋਂ ਪਹਿਲੀ ਖਬਰ ਅਹਿਮ ਖਬਰ ਹੈ, ਖਾਸ ਕਰਕੇ ਪੰਜਾਬੀਆਂ ਵਾਸਤੇ, ਭਾਰਤੀਆਂ ਵਾਸਤੇ ਤੇ ਸਾਬਕਾ ਫੌਜੀਆਂ ਦੇ ਵਾਸਤੇ। ਇੰਗਲੈਂਡ ਦਾ ਸ਼ਹਿਰ ਹੈ ਸਾਊਥਹੈਂਪਟਨ। ਉੱਥੇ ਵਿਸ਼ਵ ਯੁੱਧਾਂ ਦੇ ਵਿੱਚ ਲੜੇ ਸਾਰੇ ਭਾਰਤੀਆਂ ਦੀ ਇੱਕ ਯਾਦਗਾਰ ਬਣਾਈ ਜਾ ਰਹੀ ਹੈ ਤੇ ਉਸਾਰੀ ਜਾ ਰਹੀ ਯਾਦਗਾਰ ਦੇ ਵਿੱਚ 20ਵੀਂ ਸਦੀ ਦੇ ਸ਼ੁਰੂ ਦੇ ਵਿੱਚ ਜਿਹੜੇ ਲੋਕ ਉਸ ਲੜਾਈ ਦਾ ਹਿੱਸਾ ਰਹੇ, ਸ਼ਹਾਦਤਾਂ ਪ੍ਰਾਪਤ ਕਰ ਗਏ ਜਾਂ ਜਿਨ੍ਹਾਂ ਨੇ ਯੋਗਦਾਨ ਪਾਇਆ, ਉਹਨਾਂ ਦੀ ਯਾਦ ਦੇ ਵਿੱਚ ਇੱਕ ਯਾਦਗਾਰ ਉਸਾਰੀ ਜਾਣੀ ਹੈ। ਤੇ ਲੜਾਕੂ ਜਹਾਜ਼ ਦੇ ਸਿੱਖ ਪਾਇਲਟ ਸਨ ਉਹਨਾਂ ਵੇਲਿਆਂ ਦੇ ਵਿੱਚ ਹਰਦਿੱਤ ਸਿੰਘ ਮਲਕ ਦੀ ਉੱਥੇ ਇੱਕ ਮੂਰਤੀ ਭਾਵ ਉੱਥੇ ਇੱਕ ਬੁੱਤ ਲਾਇਆ ਜਾਣਾ ਹੈ ਤੇ ਉਹਨਾਂ ਦੇ ਉਸ ਬੁੱਤ ਦੇ ਡਿਜ਼ਾਈਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਯਾਦਗਾਰ ਬਰਤਾਨਵੀ ਮੂਰਤੀਕਾਰ ਲਿਊਕ ਪੇਰੀ ਤਿਆਰ ਕਰ ਰਹੇ ਹੈ ਜੋ ਕਿ ਲਾਇਨਸ ਆਫ ਦਾ ਗ੍ਰੇਟ ਵਾਰ ਵਰਗੀਆਂ ਹੋਰ ਯਾਦਗਾਰਾਂ ਨਾਲ ਵੀ ਜੁੜੇ ਰਹੇ ਨੇ। ਮਲਕ ਦੱਸਣਾ ਬਣਦਾ ਕਿ ਪਹਿਲੀ ਵਾਰ 1908 ਵਿੱਚ 14 ਸਾਲ ਦੀ ਉਮਰ ਦੇ ਵਿੱਚ ਆਕਸਫੋਰਡ ਯੂਨੀਵਰਸਿਟੀ ਦੇ ਬੈਲਿਓਲ ਕਾਲਜ ਦੇ ਵਿੱਚ ਪਹੁੰਚੇ ਸਨ ਅਤੇ ਫਸਟ ਵਰਲਡ ਵਾਰ ਦੌਰਾਨ ਰਾਇਲ ਫਲਾਇੰਗ ਕੋਰ ਦੇ ਪਹਿਲੇ ਮੈਂਬਰ ਸੀ। ਉਹ ਪਹਿਲੇ ਪਗੜੀ ਧਾਰੀ ਭਾਵ ਦਸਤਾਰਧਾਰੀ ਪਾਇਲਟ ਸਨ ਜੋ ਫਲਾਇੰਗ ਸਿੱਖ ਦੇ ਵਜੋਂ ਪ੍ਰਸਿੱਧ ਹੋਏ ਸੀ। ਮਲਕ ਨੇ ਸਸੈਕਸ ਲਈ ਕ੍ਰਿਕਟ ਵੀ ਖੇਡੀ ਅਤੇ ਭਾਰਤੀ ਸਿਵਲ ਸਰਵਿਸਿਜ਼ ਦੇ ਵਿੱਚ ਲੰਬੇ ਸਮੇਂ ਅਤੇ ਵਿਸ਼ੇਸ਼ ਕੈਰੀਅਰ ਤੋਂ ਬਾਅਦ ਕੈਨੇਡਾ ਦੇ ਵਿੱਚ ਜਿਹੜੇ ਭਾਰਤ ਦੇ ਪਹਿਲੇ ਹਾਈ ਕਮਿਸ਼ਨਰ ਬਣ ਕੇ ਆਏ ਸੀ ਤਾਂ ਉਹ ਮਲਕ ਸਾਹਿਬ ਸਨ। 1 ਸਤੰਬਰ 1947 ਤੋਂ 30 ਅਗਸਤ 1949 ਤੱਕ ਉਹ ਕੈਨੇਡਾ ਦੇ ਵਿੱਚ ਭਾਰਤ ਦੇ ਪਹਿਲੇ ਹਾਈ ਕਮਿਸ਼ਨਰ ਦੇ ਵਜੋਂ ਸੇਵਾਵਾਂ ਨਿਭਾਉਂਦੇ ਰਹੇ। ਕੈਨੇਡਾ ਤੋਂ ਬਾਅਦ ਉਹ ਫਰਾਂਸ ਦੇ ਵਿੱਚ ਭਾਰਤ ਦੇ ਅੰਬੈਸਡਰ ਰਹੇ। ਉਹਨਾਂ ਦਾ ਜਨਮ 23 ਨਵੰਬਰ 1894 ਨੂੰ ਰਾਵਲਪਿੰਡੀ ਵਿੱਚ ਹੋਇਆ ਸੀ ਅਤੇ ਉਹਨਾਂ ਦੀ ਮੌਤ 19 ਵਰ੍ਹਿਆਂ ਦੀ ਉਮਰ ਵਿੱਚ 31 ਅਕਤੂਬਰ 1985 ਨੂੰ ਨਵੀਂ ਦਿੱਲੀ ਵਿੱਚ ਹੋਈ ਸੀ। ਉਹਨਾਂ ਦਾ ਸ਼ਾਨਦਾਰ ਬੁੱਤ ਹੁਣ ਇੰਗਲੈਂਡ ਵਿੱਚ ਲੱਗਣ ਜਾ ਰਿਹਾ ਹੈ। ਅਗਲੀ ਖਬਰ ਹੈ, ਤੁਸੀਂ ਵੇਖੋ ਕਿ ਇੱਕ ਪਾਸੇ ਕਿਸਾਨੀ ਨੂੰ ਮਾਰਨ ਦੀਆਂ ਗੱਲਾਂ ਹੋ ਰਹੀਆਂ ਨੇ। ਮੈਂ ਪਹਿਲਾਂ ਵੀ ਤੁਹਾਨੂੰ ਬੜੀ ਵਾਰ ਆਖਿਆ ਕਿ ਕਿਸਾਨੀ ਬਚਾਉਣਾ ਜਿੱਥੇ ਸਰਕਾਰਾਂ ਦਾ ਫਰਜ਼ ਹੈ ਉੱਥੇ ਕੁਝ ਆਪਣਾ ਅਤੇ ਆਪਣੇ ਪ੍ਰਾਈਵੇਟ ਅਦਾਰਿਆਂ ਦਾ ਵੀ ਫਰਜ਼ ਹੈ ਜੇਕਰ ਉਹ ਚਾਹੁੰਦੇ ਹੋਣ ਤਾਂ। ਅਦਰਵਾਈਜ਼ ਆਪਾਂ ਵੇਖ ਰਹੇ ਹਾਂ ਕਿ ਪ੍ਰਾਈਵੇਟ ਅਦਾਰੇ ਸਿੱਖੀ ਇਸ ਕਿਸਾਨੀ ਨੂੰ ਹੜੱਪਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਨੇ। ਤਾਈਵਾਨ ਤੋਂ ਖਬਰ ਮਿਲ ਰਹੀ ਹੈ, ਤਾਈਵਾਨ ਨੂੰ ਅੱਜ ਤੱਕ ਚੀਨ ਆਪਣਾ ਹਿੱਸਾ ਮੰਨਦਾ ਰਿਹਾ ਪਰ ਹੁਣ ਵਤੀਰਾ ਉਸ ਦੇ ਨਾਲ ਦੁਸ਼ਮਣਾ ਵਰਗਾ ਕਰ ਰਿਹਾ ਹੈ। ਅਸਲ ਦੇ ਵਿੱਚ ਚੀਨ ਨੇ ਤਾਈਵਾਨ ਤੋਂ ਆਉਣ ਵਾਲੇ ਪਾਈਨ ਐਪਲ, ਜਿਸ ਨੂੰ ਆਪਾਂ ਅਨਾਨਾਸ ਵੀ ਕਹਿ ਦਿੰਦੇ ਹਾਂ, ਉਸ ਪਾਈਨ ਐਪਲ ਤੇ ਪਾਬੰਦੀ ਲਗਾ ਦਿੱਤੀ ਹੈ ਤੇ ਦਲੀਲ ਦਿੱਤੀ ਹੈ ਕਿ ਇਸ ਪਾਈਨ ਐਪਲ ਦੇ ਵਿੱਚ, ਅਨਾਨਾਸ ਦੇ ਵਿੱਚ ਕੀੜੇ ਨੇ ਜੋ ਸਿਹਤ ਵਾਸਤੇ ਹਾਨੀਕਾਰਕ ਨੇ। ਅਸਲ ਦੇ ਵਿੱਚ ਤਾਈਵਾਨ ਪਾਈਨ ਐਪਲ ਦਾ ਸਭ ਤੋਂ ਵੱਡਾ ਉਤਪਾਦਕ ਆਖਿਆ ਜਾ ਸਕਦਾ ਹੈ ਤੇ ਚੀਨ ਉਸ ਤੇ ਅਨਾਨਾਸ ਦਾ ਜਿੰਨਾ ਵੀ ਪੈਦਾਵਾਰ ਆ ਉਸਦਾ 77% ਦਰਾਮਦ ਕਰਦਾ ਹੈ। ਹੁਣ ਅਜਿਹੀ ਹਾਲਤ ਵਿੱਚ ਜੇਕਰ ਚੀਨ ਇਹ ਆਖੇ ਕਿ ਉਹਦੇ ਉਗਾਏ ਅਨਾਨਾਸ ਦੇ ਵਿੱਚ ਕੀੜੇ ਨੇ ਤੇ ਉਹਨਾਂ ਤੋਂ ਦਰਾਮਦ ਕਰਨੀ ਬੰਦ ਕਰ ਦੇਵੇ ਤਾਂ ਫਿਰ ਕਿਸਾਨੀ ਨੂੰ ਆਰਥਿਕ ਨੁਕਸਾਨ ਤਾਂ ਹੋਣਾ ਸੁਭਾਵਿਕ ਹੈ ਤੇ ਉਸ ਆਰਥਿਕ ਨੁਕਸਾਨ ਤੋਂ ਬਚਾਉਣ ਦੇ ਵਾਸਤੇ ਤਾਈਵਾਨ ਦੇ ਲੋਕ ਅਨਾਨਾਸ ਦੀ ਆਪ ਖੁਦ ਖਰੀਦਦਾਰੀ ਡਟ ਕੇ ਕਰਨ ਲੱਗ ਪਏ ਹੈ।
ਜਿੰਨਾ ਫਲ ਚੀਨ ਖਰੀਦਦਾ ਸੀ ਉਹ ਸਾਰਾ 4 ਦਿਨਾਂ ਦੇ ਵਿੱਚ ਤਾਈਵਾਨ ਦੇ ਲੋਕਾਂ ਨੇ ਆਪ ਖਰੀਦ ਲਿਆ। ਤਾਈਵਾਨ ਦੇ ਵਿੱਚ ਲਗਭਗ ਸਾਲਾਨਾ 4 ਲੱਖ ਤੇ 20 ਹਜ਼ਾਰ ਟਨ ਪਾਈਨਐਪਲ ਦੀ ਪੈਦਾਵਾਰ ਹੁੰਦੀ ਹੈ। ਇਹਦੇ ਵਿੱਚੋਂ ਲਗਭਗ 11% ਫਲ ਦੁਨੀਆ ਦੇ 16 ਮੁਲਕਾਂ ਨੂੰ ਜਾਂਦੇ ਹੈ ਅਤੇ ਇਹਨਾਂ ਪਾਈਨਐਪਲ ਦਾ ਸਭ ਤੋਂ ਵੱਡਾ ਖਰੀਦਦਾਰ, ਜਿਸ ਤਰ੍ਹਾਂ ਤੁਹਾਨੂੰ ਦੱਸ ਰਿਹਾ ਮੈਂ, ਚੀਨ ਹੈ, ਜੋ ਕੁੱਲ ਦਰਾਮਦ ਦਾ 90% ਹਿੱਸਾ ਚੀਨ ਕਰਦਾ ਸੀ। ਚੀਨ ਦੇ ਵੱਲੋਂ ਇਸ ਦੀ ਦਰਾਮਦ ਤੇ ਪਾਬੰਦੀ ਲੱਗਣ ਦੇ ਨਾਲ ਤਾਈਵਾਨ ਨੂੰ ਵੱਡਾ ਨੁਕਸਾਨ ਤੇ ਝਟਕਾ ਲੱਗਿਆ। ਇਸ ਸਥਿਤੀ ਦੇ ਵਿੱਚ ਕਿਸਾਨਾਂ ਨੂੰ ਬਰਬਾਦੀ ਤੋਂ ਬਚਾਉਣ ਦੇ ਵਾਸਤੇ ਤਾਈਵਾਨ ਦੇ ਵਿੱਚ ਖੇਤੀਬਾੜੀ ਵਿਭਾਗ ਨੇ ਪਾਈਨਐਪਲ ਦੀ ਆਜ਼ਾਦੀ ਦੀ ਮੁਹਿੰਮ ਸ਼ੁਰੂ ਕੀਤੀ ਅਤੇ ਇਸ ਵਿਭਾਗ ਨੇ ਆਮ ਲੋਕਾਂ ਨੂੰ ਅਪੀਲ ਕਰ ਦਿੱਤੀ ਕਿ ਉਹ ਕਿਸਾਨਾਂ ਦਾ ਜਿਹੜਾ ਲੱਕ ਟੁੱਟਣ ਜਾ ਰਿਹਾ ਉਸ ਨੂੰ ਬਚਾਉਣ ਵਾਸਤੇ, ਆਰਥਿਕ ਨੁਕਸਾਨ ਤੋਂ ਬਚਾਉਣ ਦੇ ਵਾਸਤੇ ਪਾਈਨਐਪਲ ਖੁਦ ਖਰੀਦਣ। ਵਿਭਾਗ ਨੂੰ 20,000 ਟਨ ਅਨਾਨਾਸ ਖਰੀਦਣ ਦੀ ਉਮੀਦ ਸੀ ਕਿ ਆਮ ਲੋਕ ਇੰਨਾ ਕੁ ਖਰੀਦ ਲੈਣਗੇ। ਖੇਤੀਬਾੜੀ ਮੰਤਰੀ ਉੱਥੇ ਨੇ ਚੇਨ ਚੀ ਚੁੰਗ ਦੇ ਮੁਤਾਬਕ 4 ਦਿਨਾਂ ਦੇ ਅੰਦਰ ਅੰਦਰ ਉੱਥੋਂ ਦੇ ਆਮ ਲੋਕਾਂ ਨੇ 20,000 ਦੀ ਬਜਾਏ 41,000 ਟਨ ਤੋਂ ਜ਼ਿਆਦਾ ਪਾਈਨਐਪਲ ਖਰੀਦ ਲਿਆ। ਇਹ ਚੀਨ ਨੂੰ ਵੇਚੇ ਜਾਣ ਵਾਲੇ ਅਨਾਨਾਸ ਤੋਂ ਕਿਤੇ ਵਧੇਰੇ ਸੀ। ਹੁਣ ਇਹ ਮੁਹਿੰਮ ਰੰਗ ਕਿਵੇਂ ਲਿਆਈ? ਸਰਕਾਰ ਦੀ ਅਪੀਲ ਤੋਂ ਬਾਅਦ ਪਤਾ ਲੱਗਿਆ ਕਿ 180 ਕੰਪਨੀਆਂ ਨੇ 7,187 ਟਨ, 19 ਕੰਪਨੀਆਂ ਨੇ 15,000 ਟਨ, ਸ਼ਰਾਬ ਬਣਾਉਣ ਵਾਲੀਆਂ ਕੰਪਨੀਆਂ ਨੇ 4500 ਟਨ ਅਤੇ ਹੋਰ ਰਿਟੇਲਰਾਂ ਨੇ 15,000 ਟਨ ਅਨਾਨਾਸ ਖਰੀਦ ਲਿਆ। ਉਹਨਾਂ ਕਿਹਾ ਕਿ ਤਾਈਵਾਨ ਚੀਨ ਤੋਂ ਇਲਾਵਾ ਹੋਰ ਮੁਲਕਾਂ ਨੂੰ ਬਰਾਮਦ ਵਧਾਉਣ ਤੇ ਵੀ ਜ਼ੋਰ ਦੇ ਰਿਹਾ ਹੈ। ਸਾਲ 2020 ਵਿੱਚ ਚੀਨ ਨੂੰ ਕੁੱਲ $131 ਮਿਲੀਅਨ ਦਾ ਨਿਰਯਾਤ ਕੀਤਾ ਗਿਆ ਸੀ, ਜਦੋਂ ਕਿ ਹੋਰਨਾਂ ਮੁਲਕਾਂ ਨੂੰ ਕੁੱਲ $52 ਮਿਲੀਅਨ ਦਾ ਨਿਰਯਾਤ ਕੀਤਾ ਗਿਆ ਸੀ। ਜਿਸ ਦਿਨ ਤੋਂ ਚੀਨ ਨੇ ਢੁੱਚਰ ਭੇੜੀ ਹੈ ਕਿ ਉਹਨਾਂ ਦੇ ਪਾਈਨਐਪਲ ਵਿੱਚ ਕੀੜੇ ਨੇ, ਉਸ ਦਿਨ ਤੋਂ ਕੈਨੇਡਾ ਅਤੇ ਅਮਰੀਕਾ ਵੀ ਵੱਡੇ ਪੱਧਰ ਤੇ ਉਹਨਾਂ ਦੇ ਪਾਈਨਐਪਲ ਨੂੰ ਨਿਰਯਾਤ ਕਰਨ ਦੇ ਉੱਤੇ ਇਸ ਵਕਤ ਸਕੀਮ ਘੜ ਰਿਹਾ ਹੈ। ਹੋ ਸਕਦਾ ਹੈ ਕਿ ਪਾਈਨਐਪਲ ਉੱਥੋਂ ਦਾ ਇਹਨਾਂ ਮੁਲਕਾਂ ਵਿੱਚ ਵੀ ਪਹੁੰਚਣ ਲੱਗੇ। ਤੇ ਅਗਲੀ ਖਬਰ ਵੀ ਕਿਸਾਨੀ ਨਾਲ ਸੰਬੰਧਿਤ ਹੈ, ਪਰ ਗੂੰਜ ਤੁਸੀਂ ਦੇਖੋ ਕਿ ਪੰਜਾਬ ਤੋਂ ਉੱਠੇ ਅੰਦੋਲਨ ਦੀ ਦੁਨੀਆ ਦੇ ਵਿੱਚ ਪੈਂਦੀ ਤੇ ਅੱਜ ਪੈਣੀ ਹੈ ਬਰਤਾਨੀਆ ਦੀ ਸੰਸਦ ਦੇ ਵਿੱਚ। 100 ਦਿਨ ਤੋਂ ਵੱਧ ਨਵੀਂ ਦਿੱਲੀ ਦੇ ਵਿੱਚ ਆਲੇ ਦੁਆਲੇ ਸਰਹੱਦਾਂ ਤੇ ਕਿਸਾਨਾਂ ਨੂੰ ਬੈਠਿਆਂ ਨੂੰ ਹੋ ਗਿਆ। ਵਿਰੋਧ ਪ੍ਰਦਰਸ਼ਨ ਜਾਰੀ ਆ, ਪਰ ਸਰਕਾਰ ਨੇ ਹਾਲੇ ਕੋਈ ਹੁੰਗਾਰਾ ਨਹੀਂ ਦਿੱਤਾ। 300 ਦੇ ਨੇੜੇ ਤੇੜ ਕਿਸਾਨਾਂ ਦੀਆਂ ਮੌਤਾਂ ਹੋ ਚੁੱਕੀਆਂ ਨੇ, ਸਰਕਾਰ ਨੇ ਅਫਸੋਸ ਪ੍ਰਗਟ ਨਹੀਂ ਕੀਤਾ। ਇੱਕ ਦਿਨ ਤੁਹਾਨੂੰ ਬਰੀਫਿੰਗ ਦੇ ਵਿੱਚ ਦੱਸਿਆ ਸੀ ਕਿ ਕੀ ਹੋ ਗਿਆ, ਕਿਵੇਂ ਕਿੱਲਾਂ ਲੱਗੀਆਂ, ਕਿਵੇਂ ਇੰਟਰਨੈਟ ਬੰਦ ਕੀਤਾ, ਕਿਵੇਂ ਬਿਜਲੀ ਤੇ ਪਾਣੀ ਦੀ ਸਪਲਾਈ ਠੱਪ ਕੀਤੀ, ਲਗਭਗ ਤੁਹਾਨੂੰ ਸਾਰਾ ਰੀਕੈਪ ਕੀਤਾ ਸੀ। ਪਰ ਹੁਣ ਖਬਰ ਮਿਲ ਰਹੀ ਹੈ ਕਿ ਬਰਤਾਨੀਆ ਦੀ ਸੰਸਦ ਦੇ ਵਿੱਚ ਭਾਰਤ ਦੇ ਚੱਲ ਰਹੇ ਇਸ ਕਿਸਾਨ ਅੰਦੋਲਨ ਤੇ ਬਹਿਸ ਹੋਣ ਦਾ ਫੈਸਲਾ ਕਰ ਚੁੱਕਿਆ ਹੈ। ਅੱਜ ਉੱਥੋਂ ਦੇ ਸੋਮਵਾਰ ਭਾਵ 8 ਮਾਰਚ ਨੂੰ ਇਸ ਮੁੱਦੇ ਤੇ ਬਰਤਾਨਵੀ ਸੰਸਦ ਦੇ ਵਿੱਚ ਬਹਿਸ, ਬਰਤਾਨਵੀ ਸਮੇਂ ਦੇ ਮੁਤਾਬਕ 8 ਮਾਰਚ ਸ਼ਾਮ ਲਗਭਗ 4:30 ਵਜੇ ਕਿਸਾਨ ਅੰਦੋਲਨ ਤੇ ਬਹਿਸ ਕੀਤੀ ਜਾਣੀ ਹੈ। ਉੱਥੋਂ ਦੀ ਸੰਸਦ ਮੈਂਬਰ ਨੇ ਪ੍ਰੀਤ ਕੌਰ ਗਿੱਲ, ਉਹਨਾਂ ਨੇ ਇੱਕ ਟਵੀਟ ਵੀ ਕੀਤਾ ਕਿ ਬਰਤਾਨਵੀ ਸੰਸਦ ਦੇ ਵਿੱਚ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਤੇ ਬਹਿਸ ਕਰਵਾਉਣ ਦੀ ਮੰਗ ਕਾਫੀ ਜ਼ੋਰ ਸ਼ੋਰ ਨਾਲ ਉੱਠੀ ਸੀ। ਬਰਤਾਨਵੀ ਪਾਰਲੀਮੈਂਟ ਪਟੀਸ਼ਨ ਕਮੇਟੀ ਕੋਲ 1 ਲੱਖ ਤੋਂ ਵੱਧ ਲੋਕਾਂ ਨੇ ਬਰਤਾਨਵੀ ਸੰਸਦ ਦੇ ਵਿੱਚ ਕਿਸਾਨ ਅੰਦੋਲਨ ਤੇ ਬਹਿਸ ਕਰਵਾਉਣ ਸੰਬੰਧੀ ਆਪਣੇ ਦਸਤਖਤ ਕਰਕੇ ਪਟੀਸ਼ਨ ਭੇਜੀ ਸੀ, ਜਿਸ ਤੋਂ ਬਾਅਦ ਇਸ ਮੁੱਦੇ ਤੇ ਬਹਿਸ ਕਰਵਾਉਣ ਦਾ ਫੈਸਲਾ ਸੰਵਿਧਾਨ ਦੇ ਮੁਤਾਬਕ ਕਰਨਾ ਪਿਆ। ਰਿਪੋਰਟ ਮੁਤਾਬਕ ਕਿਸਾਨ ਅੰਦੋਲਨ ਅਤੇ ਭਾਰਤ ਵਿੱਚ ਫਰੀडम ਆਫ ਪ੍ਰੈਸ ਸੰਬੰਧੀ 1,06,000 ਲੋਕਾਂ ਨੇ ਇੱਕ ਆਨਲਾਈਨ ਪਟੀਸ਼ਨ ਭੇਜੀ ਸੀ। ਬਰਤਾਨਵੀ ਸੰਸਦ ਪ੍ਰੀਤ ਕੌਰ ਗਿੱਲ ਨੇ ਵੀ ਬਹਿਸ ਕਰਵਾਉਣ ਸੰਬੰਧੀ ਦਸਤਖਤ ਕੀਤੇ ਸਨ ਤੇ ਉਹਨਾਂ ਨੇ ਟਵੀਟ ਕਰਕੇ ਇਸ ਸੰਬੰਧੀ ਜਾਣਕਾਰੀ ਵੀ ਦਿੱਤੀ ਸੀ। ਫਰੀडम ਆਫ ਪ੍ਰੈਸ ਤੇ ਵੀ ਬਹਿਸ, ਕਈ ਅਖਬਾਰਾਂ ਵਿੱਚ ਰਿਪੋਰਟ ਛਾਪੀ ਗਈ ਸੀ ਕਿ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਵੀ ਕਿਸਾਨ ਅੰਦੋਲਨ ਤੇ ਬਹਿਸ ਕਰਵਾਉਣ ਸੰਬੰਧੀ ਦਸਤਖਤ ਕੀਤੇ ਹੈ, ਪਰ ਉਹਨਾਂ ਦੀ ਪਾਰਟੀ ਨੇ ਇਹਨਾਂ ਖਬਰਾਂ ਦਾ ਬਾਅਦ ਦੇ ਵਿੱਚ ਖੰਡਨ ਕਰ ਦਿੱਤਾ ਸੀ ਕਿ ਬਰਤਾਨੀਆ ਦੇ ਪ੍ਰਧਾਨ ਮੰਤਰੀ ਨੇ ਇਸ ਤਰ੍ਹਾਂ ਦਾ ਕੁਝ ਨਹੀਂ ਕੀਤਾ। ਫਰੀडम ਆਫ ਪ੍ਰੈਸ ਤੇ ਗੱਲ ਕਰਦਿਆਂ ਬਰਤਾਨੀਆ ਸਰਕਾਰ ਦੇ ਬੁਲਾਰੇ ਨੇ ਕਿਹਾ ਕਿ ਕਿਸੇ ਵੀ ਮੁਲਕ ਵਿੱਚ ਪ੍ਰੈਸ ਦੀ ਆਜ਼ਾਦੀ ਬਹੁਤ ਲਾਜ਼ਮੀ ਹੈ ਅਤੇ ਪੱਤਰਕਾਰ ਜਾਂ ਮਨੁੱਖੀ ਅਧਿਕਾਰਾਂ ਦੀ ਆਜ਼ਾਦੀ, ਉਹਨਾਂ ਦੀ ਸੁਰੱਖਿਆ ਹਰ ਇੱਕ ਪਾਸੇ ਲਾਜ਼ਮੀ ਹੋਣੀ ਚਾਹੀਦੀ ਹੈ, ਬਿਨਾਂ ਕਿਸੇ ਭੇਦਭਾਵ ਦੇ ਹੋਣੀ ਚਾਹੀਦੀ ਹੈ ਤੇ ਨਿਰਪੱਖਤਾ ਨਾਲ ਹੋਣੀ ਚਾਹੀਦੀ ਹੈ। ਲੋਕਤੰਤਰੀ ਵਿਵਸਥਾ ਦੇ ਵਿੱਚ ਤਾਂ ਪ੍ਰੈਸ ਦੀ ਆਜ਼ਾਦੀ ਹੋਰ ਵੀ ਅਹਿਮ ਹੋ ਜਾਇਆ ਕਰਦੀ ਹੈ। ਹੁਣ ਵੇਖਦੇ ਹਾਂ ਕਿ 90 ਮਿੰਟ ਉੱਥੇ
बहस होनी है कि इस बहस विचों निकल के की आउंदा। ते अगली खबर बड़ी मंदभागी आखी जा सकती है ते नाल महत्वपूर्ण आखी जा सकती है, क्योंकि इतिहास सानू बहुत कुछ सिखाउंदा है। खेती कानूनां दा विरोध हो रहा है, कुछ लोग हो सकता इसका समर्थन भी करते होण, पर हथों पाई होण दी लड़ाई झगड़े की नौबत नहीं आनी चाहिए। खबर मिल रही है कि घाना तो पैरिस होंदे हुए नवीं दिल्ली नूं जा रहा सी एयर फ्रांस का एक हवाई जहाज़, ते एक मुसाफिर ने जिहड़ा कि भारती मूल दा सी, बुल्गारिया की राजधानी सोफिया दे विच एमरजेंसी लैंडिंग वास्ते जहाज़ नूं मजबूर कर दिता। जानकारी मिली है कि बीते शनिवार नूं जदों यह हवाई जहाज़ पैरिस होंदे हुए दिल्ली दे राह जा रहा सी, तां एक भारतीय मुसाफिर ने हवाई जहाज़ के अंदर हंगामा खड़ा कर दिता। जानकारी अनुसार अध असमाने जा रहे जहाज़ के विच दो मुसाफिरां दी खेती कानूनों नूं लैके आपस दे विच बहस हुंदी हुंदी तिखी हो गई ते आखिर गाली गलोच अते हथों पाई तक काम जा पहुंचया। व्यक्ति इस हद तक हिंसक हो गया कि क्रू मैंबरां दे रोकण ते भी उन्हां नूं कुੱਟਣ पिया। एक पासे नरेंद्र मोदी का समर्थक सी, दूसरे पासे उसका विरोध कर रहा सी, भाव एक कानूनां का समर्थन कर रहा सी अते दूसरा इन्हां कानूनां का विरोध कर रहा सी। गालो गाली हुंदे होए गल हथों पाई तक हो गई। मैं कल भी तुहाडे नाल प्रोग्राम विच जिक्र कीता सी कि 28 फरवरी नूं ब्रैम्पटन दे विच हुई सी तिरंगा रैली। उस तिरंगा रैली दे विच भी एक व्यक्ति ने जाके उत्थे हिंसक झड़प कर लई सी। उहदे तो बाद उसकी गिरफ्तारी हो गई सी ते पुलिस ने दस्सिया सी कि आउण वाले दिनां विच होर गिरफ्तारियां भी हो सकदियां ने। इसे तरह की जानकारी पहलां आस्ट्रेलिया वाले पासों मिली सी ते कल खबर तुहाडे नाल साझी कीती सी कि ਸਿੰਘੂ सरहद ते लंगर छकदे भी 3 नौजवान आपस दे विच खैबड़े सी। बाद दे विच गए ते आके कार खड़ाई ते गोली चलाई ते बाद दे विच उत्थों दौड़ गए सन। उहदे तो पहलां तुहानूं याद होना है कि 26 जनवरी नूं जिहड़ी झड़प होई सी लाल किले ते, उत्थे कुछ नौजवान जख्मी होए ते कुछ पुलिस कहंदी सी पुलिस वाले भी जख्मी हो गए। 151 लोगों ते FIR हुई, हले कुछ जमानत ते रिहा भी नहीं होए। उहदे तो बाद दिल्ली के ਸਿੰਘੂ सरहद उत्ते भी कुछ लठमार पहुंचे सन, हिंसक झड़प हुई सी। रणजीत सिंह नूं पुलिस वाले खिच के धूके लै गए सी। सो कहण दा भाव दलील दे नाल अपनी लकीर अपनी लाइन वड्डी करो, दूसरिਆਂ नाल झगड़न की जरूरत नहीं। हुण जानकारी मिल रही है कि उस बंदे की बदौलत दूसरिਆਂ नूं भी उत्थे खज्जल खुआर होना पिया। हवाई जहाज़ के पायलट ने सोफिया दे विच फिर इस जहाज़ की एमरजेंसी लैंडिंग करवाई। हवाई जहाज़ सोफिया दे विच उतरिया ते उतरदे सारी उस भारतीय नागरिक नूं हिरासत विच लै लिया गया। भावें कि उसकी पहचान जनतक नहीं की गई, उस व्यक्ति नूं हिरासत विच लैण दे पिछों हवाई जहाज़ अगली मंजिल वाल फिर रवाना हो गया सी। बुल्गारिया की खबर एजेंसी है BTA मुताबक उस भारतीय नागरिक नूं जेकर दोषी पा लिया गया तो उसनूं 5 तो लैके 10 साल तक की कैद की सज़ा हो सकती है। जानकारी मुताबक उसनूं अदालत वालों एक वकील अते दुभाषिया भी मुहैया करवाया गया अते नाल ही भारतीय दूत घर नूं भी अंबैसी नूं भी सूचित कर दिता गया कि इंज एक तुहाडा नागरिक सानूं गिरफ्तार करना पिया। हुण तुसीं देखो कि जज्बातां ते काबू नहीं रख सकिया बंदा। हुण खज्जल खुआरी होनी है, पता नहीं सज़ा होवेगी जां नहीं, ये तां समां दसेगा, ये अदालत ने तय करना है। पर जिहड़ा वीडियो मैं वेखिया, जेकर तुसीं भी देखोगे तुहानूं भी पता लगेगा कि वह बंदा अपने जज्बातां ते काबू रख नहीं सकिया। अगली खबर है किसानी अंदोलन दीआं भी नज़रां टिकीਆਂ होण ते सरकार दीआं भी नज़रां टिकीਆਂ होईਆਂ ने पश्चिमी बंगाल दीआं चोणां ते। असल दे विच 5 सूबिਆਂ ਦੇ ਵਿੱਚ ਚੋਣਾਂ ਹੋ ਰਹੀਆਂ ਨੇ। पश्चिमी बंगाल ਦੇ ਉੱਤੇ ਸਾਰਿਆਂ ਦਾ ਧਿਆਨ ਕੇਂਦਰਿਤ ਹੈ। ਹੁਣ ਇਹਨਾਂ ਚੋਣਾਂ ਤੋਂ ठीक ਪਹਿਲਾਂ सत्ताधारी तृणमूल कांग्रेस ਦੇ ਵਿੱਚ उथल पुथल तेज़ हो गई है। ਅੱਜ पश्चिमी बंगाल ਦੇ ਵਿੱਚ तृणमूल कांग्रेस के 5 विधायकों ने भाजपा के कमल का फुल फड़ लिया। जानकारी मिली है कि विधायक सोनाली गोहा, दीपेंद्र विश्वास, रविंद्रनाथ भट्टाचार्य, जातू लहड़ी और शीतल कुमार सरदार टिकट कट्टे जाने कारण पार्टी नाल नाराज़ हो गए। इस तो इलावा टिकट दे के वापस ले जाने कारण सरला मुर्मू ने भी कुछ घंटिया के अंदर अंदर भगवा पार्टी भाव भारतीय जनता पार्टी में शामिल होकर तृणमूल नूं झटका दे दिता है। मालदा जिले के हबीबपुर विधान सभा चोण खेत्र तो सरला नूं बदल के प्रदीप बास्के नूं उम्मीदवार बना दिता गया सी। दसना बनता कि ममता बैनर्जी ने पश्चिमी बंगाल विधान सभा दी चोणां लई
ਪਾਰਟੀ ਦੇ 291 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ ਤੇ ਉਹਨਾਂ ਨੇ 2 ਦਰਜਨ ਤੋਂ ਵੱਧ ਵਿਧਾਇਕਾਂ ਤੇ ਕਈ ਮੰਤਰੀ ਨੂੰ ਇਸ ਵਾਰ ਟਿਕਟ ਨਹੀਂ ਸੀ ਦਿੱਤੀ। ਕੁਝ ਦੀ ਕਹਿੰਦੇ ਉਮਰ ਜ਼ਿਆਦਾ, ਕੁਝ ਨੂੰ ਕਿਸੇ ਬਿਮਾਰੀ ਕਾਰਨ ਜਾਂ ਕੁਝ ਨੂੰ ਕਿਸੇ ਹੋਰ ਕਾਰਨਾਂ ਦੇ ਕਾਰਨ ਟਿਕਟ ਨਹੀਂ ਸੀ ਦਿੱਤੀ, ਭਾਵ ਉਹਨਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਗਈਆਂ ਸੀ। ਹੁਣ ਟਿਕਟਾਂ ਕੱਟੇ ਜਾਣ ਦੇ ਕਾਰਨ ਕਈ ਵਿਧਾਇਕਾਂ ਨੇ ਨਾਰਾਜ਼ਗੀ ਦਾ ਖੁੱਲ੍ਹ ਕੇ ਪ੍ਰਗਟਾਵਾ ਕੀਤਾ ਹੈ ਅਤੇ 5 ਵਿਧਾਇਕਾਂ ਨੇ ਤ੍ਰਿਣਮੂਲ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਹੈ। ਅੰਨਾ ਕੀ ਭਾਲੇ 2 ਅੱਖਾਂ। ਇਸ ਵਕਤ ਅਮਿਤ ਸ਼ਾਹ, ਨਰਿੰਦਰ ਮੋਦੀ ਤੇ ਸਮੁੱਚੀ ਭਾਰਤੀ ਜਨਤਾ ਪਾਰਟੀ ਦੀਆਂ ਨਜ਼ਰਾਂ ਟਿਕੀਆਂ ਹੋਏ ਨੇ। ਉਹ ਕਹਿੰਦੇ ਨੇ ਕਿ ਅਸੀਂ ਤ੍ਰਿਣਮੂਲ ਕਾਂਗਰਸ ਨੂੰ ਜੜੋਂ ਹਿਲਾਉਣਾ ਤੇ ਪਟਣਾ। ਉਹ ਸਾਰੀ ਇਸ ਵਕਤ ਆਪਣੀ ਬ੍ਰਿਗੇਡ ਉੱਥੇ ਝੋਕੀ ਫਿਰਦੇ ਹੈ। ਕੱਲ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਮਿਠਨ ਚੱਕਰਵਰਤੀ ਜਿਹੜੇ ਆਪਣੇ ਵੇਲੇ ਕੋਈ ਵੱਡੇ ਸਟਾਰ ਹੋਇਆ ਕਰਦੇ ਸੀ, ਉਹਨਾਂ ਨੇ ਵੀ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਹੈ। ਸੋ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਉਥਲ ਪੁਥਲ ਦੀ ਸੰਭਾਵਨਾ ਹੈ, ਪਰ ਵੇਖਣਾ ਹੋਏਗਾ ਕਿ ਕੀ ਲੋਕ ਇਸ ਪਾਰਟੀ ਦਾ ਸਾਥ ਦਿੰਦੇ ਹੈ ਜਾਂ ਫਿਰ ਨਹੀਂ, ਕਿਉਂਕਿ ਕਿਸਾਨ ਆਗੂ ਵਾਰ-ਵਾਰ ਆਖ ਰਹੇ ਹੈ ਕਿ ਅਸੀਂ ਪੱਛਮੀ ਬੰਗਾਲ ਵਿੱਚ ਵੀ ਜਾਵਾਂਗੇ ਅਤੇ ਹੋਰਨਾਂ ਸੂਬਿਆਂ ਵਿੱਚ ਵੀ ਜਾਵਾਂਗੇ ਤੇ ਲੋਕਾਂ ਨੂੰ ਜਾਗਰੂਕ ਕਰਾਂਗੇ ਕਿ ਆਹ ਪਾਰਟੀ ਹੈ ਜਿਹੜੇ ਕਿਸਾਨ ਦੇ ਹੱਥ ਵਿੱਚੋਂ, ਮਜ਼ਦੂਰ ਦੇ ਹੱਥ ਵਿੱਚੋਂ ਰੋਟੀ ਰੋਜ਼ੀ ਖੋਹ ਰਹੀ ਹੈ। ਪਰ ਫੈਸਲਾ ਲੋਕਾਂ ਨੇ ਕਰਨਾ ਹੋਏਗਾ। ਕਹਿੰਦੇ ਅਸੀਂ ਖੁੱਲ੍ਹੇਆਮ ਕਹਾਂਗੇ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਨਾ ਪਾਇਓ, ਬਾਕੀ ਜਿਹੜੀ ਮਰਜ਼ੀ ਪਾਰਟੀ ਨੂੰ ਤੁਸੀਂ ਵੋਟ ਪਾ ਦਿਓ। ਇਸੇ ਤਰ੍ਹਾਂ ਦੀ ਖਬਰ ਅਗਲੀ ਖਬਰ ਵੀ ਹੈ। ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਕਿਸਾਨ ਆਗੂ ਨੇ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਦਾ ਕੁਝ ਸਿਆਸੀ ਪਾਰਟੀਆਂ ਫਾਇਦਾ ਉਠਾਉਣ ਦੀਆਂ ਕੋਸ਼ਿਸ਼ਾਂ ਵਿੱਚ ਨੇ, ਪਰ ਉਹ ਕਹਿੰਦੇ ਅਸੀਂ ਕਿਸੇ ਵੀ ਸਿਆਸੀ ਧਿਰ ਨੂੰ ਇਸ ਤਰ੍ਹਾਂ ਕਰਨ ਨਹੀਂ ਦੇਣਾ। ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਕਹਿੰਦੇ ਕਿਸਾਨ ਅੰਦੋਲਨ ਇਸ ਵਕਤ ਸਮੁੱਚੇ ਭਾਰਤ ਵਿੱਚ ਫੈਲ ਚੁੱਕਿਆ ਹੈ, ਇਸੇ ਕਰਕੇ ਮਹਾ ਪੰਚਾਇਤਾਂ ਦਾ ਲਗਾਤਾਰ ਸਿਲਸਿਲਾ ਚੱਲ ਰਿਹਾ ਹੈ। ਸੰਯੁਕਤ ਕਿਸਾਨ ਮੋਰਚਾ ਦੇ ਕਹਿੰਦੇ ਧਿਆਨ ਵਿੱਚ ਆਇਆ ਕਿ ਕੁਝ ਸੂਬਿਆਂ ਦੇ ਵਿੱਚ ਕੁਝ ਸਿਆਸੀ ਪਾਰਟੀਆਂ ਤੇ ਕੁਝ ਉਹਨਾਂ ਦੇ ਲੀਡਰ ਇਸ ਅੰਦੋਲਨ ਦੇ ਨਾਮ ਤੇ ਆਪਣਾ ਸਿਆਸੀ ਲਾਭ ਕਿਉਂਕਿ ਲੈਣਾ ਚਾਹੁੰਦੇ ਆ ਤੇ ਤੰਦੂਰ ਭਖਿਆ ਹੈ ਤੇ ਰੋਟੀਆਂ ਪਕਾਉਣੀਆਂ ਚਾਹੁੰਦੇ ਆ। ਇਸੇ ਲਈ ਕਹਿੰਦੇ ਕਿਸਾਨ ਮਹਾ ਪੰਚਾਇਤਾਂ ਕਰਨ ਵਿੱਚੋਂ ਲੱਗੇ ਹੋਏ ਨੇ, ਪਰ ਮੋਰਚੇ ਨੇ ਕਹਿੰਦੇ ਇਹਦਾ ਸਖਤ ਨੋਟਿਸ ਲਿਆ ਹੈ। ਇਸ ਲਈ ਇਸ ਨੂੰ ਰੋਕਣ ਵਾਸਤੇ ਮੋਰਚੇ ਵੱਲੋਂ ਇੱਕ ਨਿਗਰਾਨੀ ਵਿਵਸਥਾ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਮੋਰਚਾ ਸਾਰਿਆਂ ਨੂੰ ਇਸ ਵਕਤ ਅਪੀਲ ਕਰ ਰਿਹਾ ਹੈ ਕਿ ਕੋਈ ਵੀ ਸਿਆਸੀ ਪਾਰਟੀ, ਕੋਈ ਵੀ ਲੀਡਰ ਕਿਸਾਨ ਅੰਦੋਲਨ ਦੇ ਨਾਮ ਤੇ ਫਾਇਦਾ ਉਠਾਉਣ ਦੇ ਲਈ ਕੋਈ ਮਹਾ ਪੰਚਾਇਤ ਨਾ ਕਰੇ। ਮਹਾ ਪੰਚਾਇਤ ਕਰਨ ਤੋਂ ਕੋਈ ਵੀ ਸਿਆਸੀ ਪਾਰਟੀ ਦੂਰ ਰਹੇ। ਤੇ ਉਧਰ ਰਾਜੇਵਾਲ ਨੇ ਇਹ ਵੀ ਕਿਹਾ ਕਿ ਬੀਤੇ 74 ਵਰਿਆਂ ਤੋਂ ਕਿਸੇ ਵੀ ਸਿਆਸੀ ਪਾਰਟੀ ਨੇ ਕਿਸਾਨਾਂ ਦਾ ਕੋਈ ਭਲਾ ਹੀ ਨਹੀਂ ਕੀਤਾ। ਜੇ ਕੀਤਾ ਹੁੰਦਾ ਤਾਂ ਅੱਜ ਕਿਸਾਨ ਖੁਦਕੁਸ਼ੀਆਂ ਕਰਨ ਵਾਸਤੇ ਮਜਬੂਰ ਨਾ ਹੁੰਦਾ। ਉਹ ਕਹਿੰਦੇ ਲੱਗਦਾ ਅੱਜ ਵੀ ਇਹੋ ਹੀ ਹੈ ਕਿ ਸਿਆਸੀ ਪਾਰਟੀਆਂ ਹਾਲੇ ਵੀ ਇਹ ਭਲਾ ਕਿਸਾਨਾਂ ਦਾ, ਮਜ਼ਦੂਰਾਂ ਦਾ ਲੋੜਦੀਆਂ ਨਹੀਂ। ਇਸ ਕਰਕੇ ਕਿਸਾਨਾਂ ਨੂੰ ਆਪਣੀ ਲੜਾਈ ਖੁਦ ਲੜਨੀ ਵੀ ਪੈ ਰਹੀ ਹੈ ਤੇ ਖੁਦ ਲੜਨੀ ਵੀ ਪਵੇਗੀ। ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਗੈਰ ਰਾਜਨੀਤੀ ਹੋਣ ਦੇ ਕਾਰਨ ਹੀ ਅੱਜ ਇਹ ਕਿਸਾਨ ਅੰਦੋਲਨ ਪੂਰੀ ਮਜ਼ਬੂਤੀ ਨਾਲ ਲੜਿਆ ਜਾ ਰਿਹਾ ਹੈ। ਸਿਆਸੀ ਪਾਰਟੀਆਂ ਨੂੰ ਦੂਰ ਰੱਖਣਾ ਹੀ ਇਸ ਅੰਦੋਲਨ ਦੀ ਵੱਡੀ ਤਾਕਤ ਬਣ ਕੇ ਇਹ ਅੰਦੋਲਨ ਸਾਹਮਣੇ ਆਇਆ। ਉਹ ਕਹਿੰਦੇ ਭਾਰਤ ਦੇ 21 ਸੂਬਿਆਂ ਦੇ ਵਿੱਚ ਅੰਦੋਲਨ ਦਾ ਫੈਲਾਅ ਹੋ ਚੁੱਕਿਆ ਹੈ ਤੇ ਬਾਕੀ ਸੂਬਿਆਂ ਦੇ ਵਿੱਚ ਇਸ ਦਾ ਫੈਲਾਅ ਕੀਤਾ ਵੀ ਜਾ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਲਗਭਗ ਸਾਰੀਆਂ ਹੀ ਸਿਆਸੀ ਪਾਰਟੀਆਂ ਅੰਦਰ ਖਾਤੇ ਚਾਹੁੰਦੀਆਂ ਨੇ ਕਿ ਇਹ ਕਿਸਾਨ ਅੰਦੋਲਨ ਫੇਲ ਹੋਵੇ ਜਾਂ ਇਸ ਨੂੰ ਕਿਸੇ ਤਰੀਕੇ ਫੇਲ ਕਰ ਦਿੱਤਾ ਜਾਵੇ। ਉਹ ਕਹਿੰਦੇ ਕਿਸਾਨਾਂ ਨੂੰ ਇਹ ਗੱਲ ਸਮਝ ਆ ਚੁੱਕੀ ਹੈ ਕਿ ਭਾਵੇਂ ਕੇਂਦਰ ਹੈ, ਭਾਵੇਂ ਸੂਬੇ ਦੀਆਂ ਸਿਆਸੀ ਸਰਕਾਰਾਂ ਨੇ, ਉਹ ਸਥਿਤੀ ਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ। ਸਾਰੀਆਂ ਹੀ ਚਾਹੁੰਦੀਆਂ ਨੇ ਕਿ ਕਿਸਾਨਾਂ ਦਾ ਇਹ ਅੰਦੋਲਨ ਖਤਮ ਹੋਵੇ। ਉਹਨਾਂ ਇਹ ਵੀ ਕਿਹਾ ਕਿ 5 ਸੂਬਿਆਂ ਦੇ ਵਿੱਚ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ ਨੇ, ਕਿਸਾਨ ਮੋਰਚੇ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਭਾਜਪਾ ਨੂੰ ਵੋਟ ਨਾ ਪਾਇਓ, ਐਨਡੀਏ ਦੇ ਵਿੱਚ ਸ਼ਾਮਲ ਪਾਰਟੀਆਂ ਨੂੰ ਵੋਟ ਨਾ ਪਾਇਓ। ਐਨਡੀਏ ਨੂੰ ਪਾਈ ਗਈ ਵੋਟ ਦੇਸ਼ ਵਿਰੋਧੀ ਮੰਨੀ ਜਾਏਗੀ। ਪੱਛਮੀ ਬੰਗਾਲ ਤੇ ਅਸਾਮ ਸਮੇਤ 5 ਸੂਬਿਆਂ ਦੀਆਂ ਚੋਣਾਂ ਨੇ। ਉਹ ਕਹਿੰਦੇ ਕਿਸਾਨ ਮੋਰਚੇ ਦੇ ਮੈਂਬਰ, ਨੁਮਾਇੰਦੇ ਉੱਥੇ ਜਾਣਗੇ, ਭਾਜਪਾ ਦੀਆਂ ਸਹਿਯੋਗੀ ਪਾਰਟੀਆਂ ਨੂੰ ਵੋਟ ਨਾ ਦੇਣ ਵਾਸਤੇ ਅਪੀਲ ਕਰਨਗੇ ਤੇ ਇਹਦੇ ਨਾਲ ਹੀ ਪੱਛਮੀ ਬੰਗਾਲ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਕ ਕਿਸਾਨ ਮਾਰਚ ਵੀ ਵੱਡੇ ਪੱਧਰ ਤੇ ਕੱਢਿਆ ਜਾਏਗਾ। ਹੁਣ ਵੇਖਾਂਗੇ ਕਿ ਕੀ ਸੰਯੁਕਤ ਕਿਸਾਨ ਮੋਰਚੇ ਦੀਆਂ ਇਹਨਾਂ ਅਪੀਲਾਂ ਦਾ ਇਹ 5 ਸੂਬਿਆਂ ਦੇ ਵੋਟਰਾਂ ਤੇ ਕੋਈ ਅਸਰ ਹੁੰਦਾ ਜਾਂ ਨਹੀਂ। ਪਰ ਕੱਲ ਇੱਕ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ, ਉਸ ਖਬਰ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਿੱਪਣੀ ਕੀਤੀ ਹੈ। ਕੈਪਟਨ ਅਮਰਿੰਦਰ ਸਿੰਘ ਕਹਿੰਦੇ ਕੇਂਦਰ ਦੇ ਵੱਲੋਂ ਆੜ੍ਹਤੀਆਂ ਨੂੰ ਇੱਕ ਪਾਸੇ ਕਰਕੇ ਲਾਂਭੇ ਕਰਕੇ
ਕਿਸਾਨਾਂ ਨੂੰ ਸਿੱਧੀ ਅਦਾਇਗੀ ਦੇ ਪ੍ਰਸਤਾਵ ਨੂੰ ਕਿਸਾਨਾਂ ਨੂੰ ਭੜਕਾਉਣ ਵਾਲਾ ਕਦਮ ਹੈ, ਹੋਰ ਇਹਦੇ ਤੋਂ ਇਲਾਵਾ ਇਹ ਕੁਝ ਨਹੀਂ। ਉਹਨਾਂ ਕਿਹਾ ਕਿ ਇਹ ਖੇਤੀ ਕਾਨੂੰਨਾਂ ਦੇ ਮੌਜੂਦਾ ਸੰਕਟ ਨੂੰ ਹੋਰ ਵਧਾਏਗਾ। ਉਹਨਾਂ ਇਹ ਵੀ ਕਿਹਾ ਕਿ ਭਾਰਤ ਸਰਕਾਰ ਦਾ ਬੇਰੁਖੀ ਵਾਲਾ ਵਰਤਾਓ ਇਸ ਸਥਿਤੀ ਨੂੰ ਸੁਲਝਾਉਣ ਵਿੱਚ ਨਹੀਂ ਸਗੋਂ ਉਲਝਾਉਣ 'ਚ ਮਦਦ ਕਰ ਰਿਹਾ ਹੈ। ਇਹ ਮਸਲਾ ਕਹਿੰਦੇ ਕੇਂਦਰ ਤੇ ਕਿਸਾਨਾਂ ਦੇ ਵਿਚਕਾਰ ਹੈ ਤੇ ਉਹਨਾਂ ਵੱਲੋਂ ਹੀ ਇਹ ਸੁਲਝਾਇਆ ਜਾਣਾ ਹੈ, ਜਿਸ ਕਰਕੇ ਪੰਜਾਬ ਸਰਕਾਰ ਦਾ ਵਿੱਚ ਵਿਚਾਲੇ ਕੋਈ ਰੋਲ ਹੀ ਨਹੀਂ, ਕਿਉਂਕਿ ਕਿਸਾਨ ਜਥੇਬੰਦੀਆਂ ਨੇ ਉਚੇਚੇ ਤੌਰ ਤੇ ਕਿਸੇ ਵੀ ਸਿਆਸੀ ਦਖਲ ਅੰਦਾਜ਼ੀ ਤੋਂ ਇਨਕਾਰ ਕੀਤਾ ਹੈ। ਅਸਲ ਦੇ ਵਿੱਚ ਸੂਬਾਈ ਬਜਟ ਦੇ ਸੰਬੰਧੀ ਉਹ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਹਨਾਂ ਨੇ ਕਿਹਾ ਕਿ ਇਸ ਨੂੰ ਕਿਸਾਨ ਤੇ ਗਰੀਬ ਪੱਖੀ ਬਜਟ ਆਖਿਆ ਜਾ ਸਕਦਾ ਹੈ ਤੇ ਅਗਲੀਆਂ ਸੂਬਾਈ ਚੋਣਾਂ ਹੋਣੀਆਂ ਨੇ 2022 ਚ। ਜਦੋਂ ਇਹਦੇ ਬਾਬਤ ਪੁੱਛਿਆ ਗਿਆ ਕਿ ਤੁਹਾਡੀ ਲੀਡਰਸ਼ਿਪ ਹੇਠ ਪਾਰਟੀ ਚੋਣਾਂ ਲੜੇਗੀ ਤਾਂ ਉਹ ਕਹਿੰਦੇ ਫੈਸਲਾ ਕੁੱਲ ਹਿੰਦ ਕਾਂਗਰਸ ਕਮੇਟੀ ਕਰੇਗੀ। ਸੋਨੀਆ ਗਾਂਧੀ ਦਾ ਨਿਰੋਲ ਇਖਤਿਆਰ ਹੈ ਕਿ ਉਹ ਕਿਹਦੀ ਅਗਵਾਈ ਦੇ ਵਿੱਚ ਚੋਣਾਂ ਲੜਾਉਣੀਆਂ ਚਾਹਣਗੇ। ਇੱਕ ਸਵਾਲ ਉਹਨਾਂ ਨੂੰ ਫਿਰ ਇਹ ਪੁੱਛ ਲਿਆ ਕਿ ਮਨਪ੍ਰੀਤ ਬਾਦਲ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ 2022 ਵਿਧਾਨ ਸਭਾ ਚੋਣਾਂ ਵਿੱਚ ਜੇਕਰ ਕਾਂਗਰਸ ਫਿਰ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਵਿੱਤ ਮੰਤਰੀ ਨਹੀਂ ਬਣਨਗੇ। ਉਹ ਫਿਰ ਹਲਕੇ ਜਿਹੇ ਅੰਦਾਜ਼ ਵਿੱਚ ਹੱਸ ਕੇ ਕਹਿੰਦੇ ਇਹ ਫੈਸਲਾ ਮਨਪ੍ਰੀਤ ਬਾਦਲ ਨੇ ਨਹੀਂ ਕਰਨਾ, ਇਹ ਫੈਸਲਾ ਪਾਰਟੀ ਨੇ ਕਰਨਾ ਕਿ ਕਿਹਨੂੰ ਕਿਹੜਾ ਮੰਤਰਾਲਾ ਦਿੱਤਾ ਜਾਵੇਗਾ ਜਾਂ ਨਹੀਂ ਦਿੱਤਾ ਜਾਏਗਾ। ਪਰ ਆਸ ਦੇਖੋ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਹੈ, ਆਸ ਮਨਪ੍ਰੀਤ ਬਾਦਲ ਨੂੰ ਵੀ ਹੈ ਕਿ ਦੁਬਾਰਾ ਸਾਡੀ ਸਰਕਾਰ ਆਵੇਗੀ, ਰਿਪੀਟ ਹੋਵੇਗੀ। ਪਰ ਇਹ ਫੈਸਲਾ ਲੋਕਾਂ ਨੇ, ਪੰਜਾਬ ਦੇ ਵੋਟਰਾਂ ਨੇ ਕਰਨਾ ਹੈ ਕਿ ਉਹ ਦੁਬਾਰਾ ਇਹਨਾਂ ਨੂੰ ਲਿਆਉਂਦੇ ਹੈ ਜਾਂ ਨਹੀਂ ਲਿਆਉਂਦੇ। ਅਗਲੀ ਬਹੁਤ ਵੱਡੀ ਖਬਰ ਹੈ, ਮਾਤਾ ਮਹਿੰਦਰ ਕੌਰ ਜਿਹਨੇ ਕੰਗਣਾ ਛਣਕਾ ਦਿੱਤਾ ਸੀ, ਜਿਹਨੂੰ ਕੰਗਣਾ ਕਹਿੰਦੀ ਸੀ ਪਹਾੜੇ ਤੇ ਲਿਆਂਦੀ ਬੇਬੇ ਹੈ, ਬਾਅਦ ਦੇ ਵਿੱਚ ਉਹਨੇ ਦੱਸਿਆ ਸੀ ਕਿ ਤੇਰੇ ਵਰਗੀਆਂ ਮੇਰੇ ਖੇਤਾਂ 'ਚ ਕੰਮ ਕਰਦੀਆਂ ਨੇ, ਤੂੰ ਸਾਡੇ ਆ ਕੇ ਕੰਮ ਕਰਨਾ, ਤੂੰ ਕੰਮ ਕਰ ਸਕਦੀ ਹੈ। ਕਿਉਂਕਿ ਸਮੁੱਚੀ ਦੁਨੀਆ ਦੇ ਵਿੱਚ ਇੰਟਰਨੈਸ਼ਨਲ ਵੂਮਨ ਡੇ ਮਨਾਇਆ ਜਾ ਰਿਹਾ ਹੈ ਤੇ ਕੌਮਾਂਤਰੀ ਮਹਿਲਾ ਦਿਵਸ ਭਾਰਤ ਵਿੱਚ ਵੀ ਮਨਾਇਆ ਗਿਆ। ਨਾਰੀ ਸ਼ਕਤੀ ਨੂੰ ਸਲਾਮ ਕੀਤਾ ਗਿਆ। ਮਹਿਲਾ ਦਿਵਸ ਦੇ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਰਤ ਦੀਆਂ ਸਾਰੀਆਂ ਬੀਬੀਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਇਸੇ ਦੌਰਾਨ ਬੀਬੀਆਂ ਲਈ ਦਿੱਲੀ ਕਮਿਸ਼ਨ ਆਫ ਵੂਮਨ ਦੇ ਵੱਲੋਂ ਇੱਕ ਖਾਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਸੀ ਤੇ ਉਸ ਪ੍ਰੋਗਰਾਮ ਦੇ ਵਿੱਚ ਭਾਰਤ ਦੀਆਂ ਬਹਾਦਰ ਬੀਬੀਆਂ ਨੂੰ ਸਨਮਾਨਿਤ ਕੀਤਾ ਗਿਆ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਸਾਨਾਂ ਦੀ ਦਾਦੀ ਮਾਂ ਮਹਿੰਦਰ ਕੌਰ ਜੀ ਨੂੰ ਬੇਮਿਸਾਲ ਹੌਸਲੇ ਦੀ ਦਾਤ ਦਿੰਦੇ ਹੋਏ ਬਹਾਦਰ ਔਰਤ ਦੱਸਿਆ ਅਤੇ ਕਿਸਾਨ ਅੰਦੋਲਨ ਦੇ ਵਿੱਚ ਆਪਣਾ ਸਮਰਥਨ ਦੇਣ ਦੇ ਵਾਸਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ। ਇਸ ਪ੍ਰੋਗਰਾਮ ਦੇ ਵਿੱਚ ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਪਹੁੰਚੇ ਹੋਏ ਸਨ। ਕੇਜਰੀਵਾਲ ਨੇ ਇਸੇ ਦੌਰਾਨ ਚੰਦਰਯਾਨ ਮਿਸ਼ਨ ਦੀਆਂ ਵਿਗਿਆਨਕਾਂ ਨੂੰ ਵੀ ਪੁਲਾੜ ਖੇਤਰ ਦੇ ਵਿੱਚ ਭਾਰਤ ਦਾ ਨਾਮ ਰੌਸ਼ਨ ਕਰਨ ਲਈ ਮਹਿਲਾ ਦਿਵਸ ਦੇ ਮੌਕੇ ਸਨਮਾਨਿਤ ਕੀਤਾ। ਹੁਣ ਉਹ ਤਿੰਨ ਬੀਬੀਆਂ ਦਾ ਮੈਂ ਉਚੇਚੇ ਤੌਰ ਤੇ ਜ਼ਿਕਰ ਕਰਨਾ ਚਾਹੁੰਦਾ, ਕਿਉਂਕਿ ਮਹਿਲਾ ਦਿਵਸ ਵਾਲੇ ਦਿਨ ਉਹਨਾਂ ਦਾ ਜ਼ਿਕਰ ਜੇ ਨਾ ਕੀਤਾ ਜਾਵੇ ਤੇ ਇਹ ਬਹੁਤ ਮਾੜੀ ਗੱਲ ਹੋਏਗੀ। ਮਿਜ਼ਾਈਲ ਵੂਮਨ ਟੇਸੀ ਥਾਮਸ ਕੌਣ ਨੇ? ਉਹਨਾਂ ਦਾ ਜਨਮ 1964 ਨੂੰ ਕੇਰਲਾ ਦੇ ਵਿੱਚ ਹੋਇਆ। ਉਹ ਭਾਰਤ ਦੀ ਪ੍ਰਸਿੱਧ ਵਿਗਿਆਨਕ ਬੀਬੀ ਹੈ। ਉਹਨਾਂ ਨੂੰ ਭਾਰਤ ਦੀ ਅਗਨੀ ਪੁੱਤਰੀ ਅਤੇ ਮਿਜ਼ਾਈਲ ਵੂਮਨ ਆਫ ਇੰਡੀਆ ਆਖਿਆ ਜਾਂਦਾ ਹੈ। ਭਾਰਤ ਦੀ 3500 ਕਿਲੋਮੀਟਰ ਤੱਕ ਮਾਰ ਕਰਨ ਵਾਲੀ ਅਗਨੀ 4 ਮਿਜ਼ਾਈਲ ਦੇ ਸਫਲ ਪਰੀਖਣ ਤੋਂ ਬਾਅਦ ਹੀ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਦੀ ਬੀਬੀ ਵਿਗਿਆਨਕ ਡਾਕਟਰ ਟੇਸੀ ਥਾਮਸ ਨੂੰ ਅਗਨੀ ਪੁੱਤਰੀ ਦੇ ਨਾਮ ਨਾਲ ਸੰਬੋਧਿਤ ਕੀਤਾ ਜਾਣ ਲੱਗਿਆ ਸੀ। ਟੇਸੀ ਥਾਮਸ ਨੇ ਆਦਮੀਆਂ ਦੇ ਖੇਤਰ ਮੰਨੇ ਜਾਣ ਵਾਲੇ ਹਥਿਆਰਾਂ ਤੇ ਪਰਮਾਣੂ ਸਮਰੱਥਾ ਨਾਲ ਲੈਸ ਮਿਜ਼ਾਈਲਾਂ ਦੇ ਵਿਕਾਸ ਦੇ ਵਿੱਚ ਇਤਿਹਾਸ ਰਚ ਦਿੱਤਾ ਸੀ। ਉਹਨਾਂ ਨੇ ਅਗਨੀ ਮਿਜ਼ਾਈਲਾਂ ਵਿੱਚ ਲੱਗੀ ਗਾਈਡੈਂਸ ਸਕੀਮ ਨੂੰ ਡਿਜ਼ਾਈਨ ਵੀ ਕੀਤਾ। ਉਹਨਾਂ ਦਾ ਕਹਿਣਾ ਹੈ ਕਿ ਸਾਇੰਸ ਦਾ ਕੋਈ ਜੈਂਡਰ ਨਹੀਂ ਹੁੰਦਾ। ਇਸੇ ਕਰਕੇ ਤੁਸੀਂ ਦੇਖੋ ਕਿ ਅੱਜ ਉਹਨਾਂ ਦਾ ਜ਼ਿਕਰ ਦੁਨੀਆ ਭਰ ਦੇ ਵਿੱਚ ਹੋ ਰਿਹਾ ਹੈ। ਅਗਲੀ ਹੈ ਮਥਾਈ ਵਨੀਤਾ, ਚੰਦਰਯਾਨ 2। ਮਥਾਈ ਵਨੀਤਾ ਤੇ ਇਸਰੋ ਦਾ ਸਾਥ 40 ਸਾਲ ਤੋਂ ਵੀ ਜ਼ਿਆਦਾ ਦਾ ਪੁਰਾਣਾ ਹੈ। ਇਸੇ ਦੌਰਾਨ ਵਨੀਤਾ ਨੇ ਕਈ ਉਚਾਈਆਂ ਨੂੰ, ਸਿਖਰਾਂ ਨੂੰ ਛੋਹਿਆ ਅਤੇ ਇਸਰੋ ਨੂੰ ਵੀ ਅੱਗੇ ਲੈ ਕੇ ਗਏ ਹੈ। ਉਹਨਾਂ ਨੇ ਸਾਲ 2013 ਦੇ ਵਿੱਚ ਮੰਗਲਯਾਨ ਦੇ ਲਾਂਚ ਅਤੇ ਸਫਲਤਾ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਭਾਰਤ ਦੇ ਮਹੱਤਵਪੂਰਨ ਚੰਦਰਯਾਨ 2 ਮਿਸ਼ਨ ਨਾਲ ਉਹ ਇਸਰੋ ਦੀ ਪਹਿਲੀ ਬੀਬੀ ਪ੍ਰੋਜੈਕਟ ਡਾਇਰੈਕਟਰ ਬਣ ਗਏ ਸਨ। ਤਾਂ ਦੁਨੀਆ ਦੇ ਵਿੱਚ ਭਾਰਤ ਨੂੰ ਲੋਕ ਤੀਸਰੀ ਦੁਨੀਆ ਆਖਦੇ ਸੀ। ਤੀਜੀ ਦੁਨੀਆ ਵਾਲਾ ਦੇਸ਼ ਆਖੇ ਜਾਣ ਵਾਲੇ ਭਾਰਤ ਨੇ ਸਾਬਤ ਕਰ ਦਿੱਤਾ ਸੀ ਕਿ ਸਾਡੇ ਮੁਲਕ ਵਿੱਚ ਬੀਬੀਆਂ ਦੁਨੀਆ ਦੇ ਵਿੱਚ ਕਿਸੇ ਵੀ ਮੁਲਕ ਤੋਂ ਘੱਟ ਨਹੀਂ ਨੇ।
ਇਲੈਕਟ੍ਰੋਨਿਕ ਸਿਸਟਮ ਇੰਜੀਨੀਅਰ ਵਨੀਤਾ ਇਸ ਤੋਂ ਪਹਿਲਾਂ ਭਾਰਤ ਦੀ ਰਿਮੋਟ ਸੈਂਸਿੰਗ ਸੈਟੇਲਾਈਟ ਦੇ ਡਾਟਾ ਆਪਰੇਸ਼ਨ ਨੂੰ ਵੀ ਸੰਭਾਲ ਚੁੱਕੇ ਸੀ। ਵਨੀਤਾ ਬਾਰੇ ਆਖਿਆ ਜਾਂਦਾ ਹੈ ਕਿ ਕੋਈ ਵੀ ਸਮੱਸਿਆ ਹੋਵੇ, ਕੋਈ ਬੁਝਾਰਤ ਹੋਵੇ, ਉਹਨਾਂ ਦੇ ਸਾਹਮਣੇ ਕੁਝ ਸੈਕਿੰਡ ਵੀ ਟਿਕ ਨਹੀਂ ਸਕਦੇ। ਇਸੇ ਤਰ੍ਹਾਂ ਇੱਕ ਹੋਰ ਸਾਇੰਟਿਸਟ ਨੇ, ਹੋਰ ਵਿਗਿਆਨੀ ਨੇ, ਰੀਤੂ ਕਰੀਤਲ। ਰੀਤੂ ਕਰੀਤਲ ਕੌਣ ਨੇ? ਮੰਗਲਯਾਨ ਭਾਰਤ ਦੀ ਰਾਕਟ ਵੂਮਨ ਰੀਤੂ ਕਰਲੀਤਰ, ਜਿਸ ਤਰ੍ਹਾਂ ਮੈਂ ਉਹਨਾਂ ਦਾ ਜ਼ਿਕਰ ਕਰ ਰਿਹਾ ਸੀ, ਇਸੇ ਤਰੀਕੇ ਨਾਲ ਅਗਲੀ ਬੀਬੀ ਹੈ। ਮੰਗਲਯਾਨ ਲਈ 2013 ਤੇ 14 ਦੇ ਵਿੱਚ ਡਿਪਟੀ ਆਪਰੇਸ਼ਨ ਡਾਇਰੈਕਟਰ ਰਹੀ ਰੀਤੂ ਨੇ ਚੰਦਰਯਾਨ 2 ਮਿਸ਼ਨ ਲਈ ਡਾਇਰੈਕਟਰ ਦਾ ਅਹੁਦਾ ਸੰਭਾਲਿਆ। ਚੰਦਰਯਾਨ 2 ਦੇ ਔਨਵਾਰਡ ਆਟੋਨਮੀ ਸਿਸਟਮ ਨੂੰ ਡਿਜ਼ਾਈਨ ਕਰਨਾ ਰੀਤੂ ਦੇ ਜ਼ਿੰਮੇ ਲਾਇਆ ਗਿਆ। ਇੰਡੀਅਨ ਇੰਸਟੀਚਿਊਟ ਆਫ ਸਾਇੰਸ ਬੰਗਲੁਰੂ ਤੋਂ ਏਰੋਸਪੇਸ ਇੰਜੀਨੀਅਰਿੰਗ ਵਿੱਚ ਮਾਸਟਰਜ਼ ਰੀਤੂ ਨੇ ਮਾਰਸ ਆਰਬਿਟ ਮਿਸ਼ਨ ਲਈ ਇਸਰੋ ਦੀ ਟੀਮ ਅਵਾਰਡ ਅਤੇ ਸਾਲ 2007 ਵਿੱਚ ਉਸ ਵੇਲੇ ਦੇ ਰਾਸ਼ਟਰਪਤੀ ਡਾਕਟਰ APJ ਅਬਦੁਲ ਕਲਾਮ ਆਜ਼ਾਦ ਤੋਂ ਇਸਰੋ ਯੰਗ ਸਾਇੰਟਿਸਟ ਅਵਾਰਡ ਵੀ ਆਪਣੇ ਨਾਮੇ ਕੀਤੇ ਸਨ। ਇਹ ਉਹ ਬੀਬੀਆਂ ਜਿਨ੍ਹਾਂ ਨੂੰ ਅੱਜ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ, ਤੇ ਕਿੱਡੀ ਪ੍ਰਾਪਤੀ ਹੈ ਬੀਬੀ ਮਹਿੰਦਰ ਕੌਰ ਦੀ। ਇਹਨਾਂ ਦੇ ਨਾਲ ਉਸ ਉਮਰ ਦਰਾਜ ਬੀਬੀ ਨੂੰ ਵੀ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਨੇ ਕਿਸਾਨੀ ਅੰਦੋਲਨ ਦੇ ਵਿੱਚ ਵੱਧ ਚੜ ਕੇ ਡਾਂਗ ਫੜ ਕੇ ਸੋਟੀ ਦੇ ਸਹਾਰੇ ਆਪਣਾ ਸਮਰਥਨ ਦਿੱਤਾ ਸੀ ਤੇ ਯੋਗਦਾਨ ਦਿੱਲੀ ਜਾ ਕੇ ਪਾਇਆ ਸੀ। ਤੇ ਅਗਲੀ ਖਬਰ ਹੈ, ਬੀਤੇ ਕਈ ਦਿਨ ਤੋਂ ਲਗਾਤਾਰ ਇਸ ਤਰ੍ਹਾਂ ਖਬਰਾਂ ਮਿਲ ਰਹੀਆਂ ਤੇ ਖਬਰਾਂ ਮਾੜੀਆਂ ਨੇ। ਅੱਜ ਇੱਕ ਹੋਰ ਬੱਚੀ ਨੂੰ ਅਵਾਰਾ ਕੁੱਤੇ ਨੋਚ ਖਾ ਗਏ। ਪਿੰਡ ਤਰਖਾਣ ਮਾਜਰਾ ਦੇ ਵਿੱਚ ਅਵਾਰਾ ਕੁੱਤਿਆਂ ਨੇ 3 ਵਰਿਆਂ ਦੀ ਬਾਲੜੀ ਨੋਚ ਕੇ ਖਾ ਲਈ ਹੈ। ਬੱਚੀ ਦਾ ਨਾਮ ਜੈਸਮੀਨ ਦੱਸਿਆ ਜਾ ਰਿਹਾ ਹੈ। ਜੈਸਮੀਨ ਦੀ ਲਾਸ਼ ਸਿਵਲ ਹਸਪਤਾਲ ਸਮਾਣਾ ਲਿਆਂਦੀ ਗਈ ਤੇ ਉੱਥੇ ਉਹਨਾਂ ਦੇ ਪਿਤਾ ਗੁਰਮੀਤ ਸਿੰਘ ਤੇ ਪੰਚਾਇਤ ਮੈਂਬਰ ਵੀ ਸੀ। ਉਹਨਾਂ ਦੱਸਿਆ ਕਿ ਬੱਚੀ ਦੀ ਮਾਂ ਹੋਰ ਔਰਤਾਂ ਦੇ ਨਾਲ ਉਸ ਵਕਤ ਖੇਤਾਂ ਦੇ ਵਿੱਚ ਕੰਮ ਕਰਨ ਗਈ ਹੋਈ ਸੀ। ਸਕੂਲ ਤੋਂ ਬੱਚਿਆਂ ਨੂੰ ਛੁੱਟੀ ਹੋਈ, ਬੱਚੇ ਘਰ ਵਿੱਚ ਆਏ, ਵੇਖਿਆ ਕਿ ਮਾਵਾਂ ਖੇਤਾਂ ਵਿੱਚ ਨੇ, ਘਰ ਨਹੀਂ, ਤੇ ਮਾਵਾਂ ਨੂੰ ਮਿਲਣ ਵਾਸਤੇ ਖੇਤਾਂ ਵੱਲ ਨੂੰ ਬੱਚੇ ਹੋ ਤੁਰੇ, ਪਰ ਪਤਾ ਨਹੀਂ ਸੀ ਕਿ ਵਾਪਸ ਨਹੀਂ ਆਉਣਾ। ਰਸਤੇ ਦੇ ਵਿੱਚ ਅਵਾਰਾ ਤੇ ਖੁੰਖਾਰ ਕੁੱਤੇ ਘੁੰਮ ਰਹੇ ਸਨ। ਉਹਨਾਂ ਸਾਰੇ ਬੱਚਿਆਂ ਨੂੰ ਘੇਰਿਆ ਤੇ ਹਮਲਾ ਕਰ ਦਿੱਤਾ। ਬਾਕੀ ਬੱਚੇ ਤਾਂ ਇੱਧਰ ਉੱਧਰ ਦੌੜਨ ਦੇ ਵਿੱਚ ਕਾਮਯਾਬ ਹੋ ਗਏ, ਪਰ ਜੈਸਮੀਨ ਨੂੰ ਘੇਰ ਲਿਆ। ਰੌਲਾ ਸੁਣ ਕੇ ਖੇਤਾਂ ਦੇ ਵਿੱਚ ਕੰਮ ਕਰ ਰਹੀਆਂ ਔਰਤਾਂ ਵੀ ਭੱਜ ਕੇ ਆਈਆਂ, ਪਰ ਜਦ ਤੱਕ ਉਹ ਕੁੱਤਿਆਂ ਕੋਲ ਪਹੁੰਚੀਆਂ ਉਦੋਂ ਤੱਕ ਉਹ ਬੱਚੀ ਨੂੰ ਨੋਚ ਕੇ ਗੰਭੀਰ ਜ਼ਖਮੀ ਕਰ ਚੁੱਕੇ ਸੀ। ਬੱਚੀ ਨੂੰ ਸਿਵਲ ਹਸਪਤਾਲ ਦੇ ਵਿੱਚ ਭਰਤੀ ਤਾਂ ਕਰਵਾਇਆ ਗਿਆ, ਪਰ ਡਾਕਟਰਾਂ ਨੇ ਆਖਿਆ ਕਿ ਬੱਚੀ ਦੇ ਪ੍ਰਾਣ ਪੰਖੇਰੂ ਉੜ ਚੁੱਕੇ ਨੇ। ਹੁਣ ਮੇਨਕਾ ਗਾਂਧੀ ਨੂੰ ਜਾ ਕੇ ਫੜ ਲਓ, ਪੁੱਛੋ ਉਹਨਾਂ ਨੂੰ ਜਾ ਕੇ ਕਿ ਹਰ ਰੋਜ਼ ਕਦੇ ਪੰਜਾਬ ਦੇ ਵਿੱਚੋਂ ਤੇ ਕਦੇ ਹੋਰ ਸੂਬੇ ਦੇ ਵਿੱਚੋਂ ਇਸ ਤਰ੍ਹਾਂ ਦੀ ਖਬਰ ਆਉਂਦੀ ਹੈ। ਇਸ ਬੱਚੀ ਨੂੰ ਉਹਦੇ ਮਾਪਿਆਂ ਨੂੰ ਜਿੰਦਾ ਜਾਨ ਦੇ ਵਿੱਚ ਦੁਬਾਰਾ ਕਦੇ ਦਿੱਤਾ ਜਾ ਸਕਦਾ ਹੈ? ਜਿਹੜੀ ਬੱਚੀ ਜਾਂ ਬੱਚਾ ਜਹਾਨ ਤੋਂ ਤੁਰ ਗਿਆ, ਕੋਈ ਬਜ਼ੁਰਗ, ਕੋਈ ਨੌਜਵਾਨ ਜਹਾਨ ਤੋਂ ਤੁਰ ਗਿਆ, ਕਿਸੇ ਵੀ ਕੀਮਤ ਤੇ ਉਹਨੂੰ ਦੁਬਾਰਾ ਮੁਲਕ ਇਸ ਜਹਾਨ ਤੇ ਲਿਆਂਦਾ ਜਾ ਸਕਦਾ ਹੈ। ਤੁਹਾਨੂੰ ਕੁੱਤਿਆਂ ਦੀ ਪਈ ਹੈ, ਤੁਹਾਨੂੰ ਬੱਚਿਆਂ ਦੀ ਨਹੀਂ। ਜੇ ਤੁਸੀਂ ਕੁੱਤਿਆਂ ਵਾਸਤੇ ਫਿਕਰਮੰਦ ਹੋ ਤਾਂ ਬੱਚਿਆਂ ਵਾਸਤੇ ਫਿਕਰਮੰਦ ਕਿਉਂ ਨਹੀਂ? ਜੇ ਤੁਸੀਂ ਅਵਾਰਾ ਗਾਵਾਂ ਵਾਸਤੇ ਫਿਕਰਮੰਦ ਹੋ ਤਾਂ ਲੋਕਾਂ ਵਾਸਤੇ ਫਿਕਰਮੰਦ ਕਿਉਂ ਨਹੀਂ? ਕਿਸੇ ਨਾ ਕਿਸੇ ਪਾਸੇ ਆਪਣੇ ਆਪ ਨੂੰ ਖੜਾ ਕੇ ਦੇਖੋ। ਅੱਜ 3 ਵਰਿਆਂ ਦੀ ਬਾਲੜੀ ਜਿਨ੍ਹਾਂ ਦੀ ਨੋਚ ਕੇ ਖਾ ਲਈ ਹੈ, ਉਹ ਪਿਛਲੇ ਹਫ਼ਤੇ ਬਠਿੰਡਾ ਦੇ ਵਿੱਚ 5 ਵਰਿਆਂ ਦੀ ਬਾਲੜੀ ਨੋਚ ਕੇ ਖਾ ਲਈ ਸੀ। ਜੇ ਇਹਨਾਂ ਬਾਲੜੀਆਂ ਦੀ ਥਾਂ ਤੇ ਤੁਹਾਡਾ ਆਪਣਾ ਕੋਈ ਪੁੱਤ ਜਾਂ ਧੀ ਹੋਵੇ, ਕਿ ਤੁਹਾਡਾ ਕਾਨੂੰਨ ਜਿਉਂਦਾ ਤਿਉਂ ਬਰਕਰਾਰ ਰਹੇਗਾ? ਜਾਂ ਤੁਸੀਂ ਆਰਡੀਨੈਂਸ ਤਾਂ ਨਹੀਂ ਲੈ ਆਉਂਗੇ ਕਿਤੇ ਫਿਰ ਕਿ ਹਲੇ ਸੈਸ਼ਨ ਤਾਂ ਭਾਈ 5 ਮਹੀਨੇ ਪਿਆ, 3 ਮਹੀਨੇ ਪਿਆ, 2 ਮਹੀਨੇ ਪਿਆ, ਉਦੋਂ ਤੱਕ ਤਾਂ ਪਰਲੋ ਆ ਜਾਏਗੀ। ਤੁਸੀਂ ਇਕੱਠੇ ਹੋਵੋਗੇ, ਰਾਤੋਂ ਰਾਤ ਆਰਡੀਨੈਂਸ ਲੈ ਆਓਗੇ, ਪਰ ਤੁਹਾਡੀ ਜਾਨ ਦੀ ਕੀਮਤ ਹੈ ਜਿਹੜੀ 3 ਵਰਿਆਂ ਦੀ ਬਾਲੜੀ ਜੈਸਮੀਨ ਅੱਜ ਜਿਸ ਤੇ ਪ੍ਰਾਣ ਪੰਖੇਰੂ ਉੜ ਗਏ ਨੇ, ਨੋਚ ਕੇ ਖਾ ਲਈ ਹੈ, ਕਿ ਤੁਹਾਡੀ ਜਾਨ ਦੀ ਕੀਮਤ ਕੋਈ ਜ਼ਿਆਦਾ ਹੈ? ਕਿ ਤੁਹਾਡੇ ਬੱਚੇ ਤੁਹਾਨੂੰ ਜ਼ਿਆਦਾ ਪਿਆਰੇ ਹੈ? ਸੋ ਇਹ ਸੋਚਣ ਤੇ ਵਿਚਾਰਨ ਦੀ ਜ਼ਰੂਰਤ ਹੈ। ਜਦੋਂ ਵੀ ਚੋਣਾਂ ਆਈਆਂ, ਇਕੱਲੇ ਮੈਂਬਰ ਪਾਰਲੀਮੈਂਟ ਜਿਹੜਾ ਤੁਹਾਡੇ ਬਰੂਹਾਂ ਤੇ ਵੋਟ ਮੰਗਣਾ ਹੈਗਾ, ਪਹਿਲਾਂ ਪੁੱਛਿਓ ਕਿ ਆਹ ਕਾਨੂੰਨ ਵਾਪਸ ਕਰਵਾਉਣ ਵਾਸਤੇ ਆਵਾਜ਼ ਉਠਾਓਗੇ? ਜੇ ਉਠਾਓਗੇ ਵੋਟ ਪਾ ਦਿਆਂਗੇ, ਨਹੀਂ ਸਾਡੇ ਦਰਵਾਜ਼ੇ ਤੇ ਦਸਤਕ ਦੇਣ ਦੀ ਜ਼ਰੂਰਤ ਨਹੀਂ। ਆ ਵੇਲਾ ਜਾਗਣ ਦਾ, ਆ ਵੇਲਾ ਲਾਮਬੰਦ ਹੋਣ ਦਾ, ਇਹ ਲੋਕਾਂ ਨੂੰ ਸਵਾਲ ਕਰਨ ਦਾ ਅਤੇ ਉਹਨਾਂ ਸਵਾਲਾਂ ਦੇ ਜਵਾਬ ਲੈਣ ਦਾ। ਅੱਧਿਆਂ ਨੇ ਤਾਂ ਹੁਣ ਤੁਸੀਂ ਦੇਖਿਓ 2-4 ਮਹੀਨਿਆਂ ਨੂੰ ਤੁਹਾਡੇ ਪਿੰਡਾਂ 'ਚ ਗੇੜੇ ਮਾਰਨੇ ਸ਼ੁਰੂ ਕਰ ਦੇਣੇ ਆ, ਜਿਹੜੇ ਫੇਰ ਲੋਚਦੇ ਆ ਕਿ ਝੰਡੀ ਵਾਲੀਆਂ ਕਾਰਾਂ ਪੰਜਾਬ ਦੇ ਵਿੱਚ ਮਿਲਣ। ਫੈਸਲੇ ਤੁਹਾਡੇ ਨੇ, ਜੋ ਚੰਗਾ ਲੱਗਿਆ ਫੈਸਲਾ ਤੁਸੀਂ ਉਹ ਕਰਿਓ, ਪਰ ਪ੍ਰੋਗਰਾਮ ਦੇ ਸਮੇਂ ਦੀ ਸਮਾਪਤੀ ਹੈ। ਜੇਕਰ ਸੱਚਮੁੱਚ ਪ੍ਰੋਗਰਾਮ ਚੰਗਾ ਲੱਗਿਆ, ਲਾਈਕ ਵੀ ਕਰ ਦਿਓ, ਸ਼ੇਅਰ ਵੀ ਕਰ ਦਿਓ, ਤੇ ਜੇਕਰ ਹਾਲੇ ਤੱਕ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ
ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਜ਼ਰੂਰ ਔਨ ਕਰ ਲਿਓ। ਤੁਹਾਡੇ ਧੰਨਵਾਦੀ ਹੋਵਾਂਗੇ। ਤੇ ਹੁਣ ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾ ਦਿਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।